जागदी जोत हाजरा हजूर जारा जहूर, राजन के राजा महाराजन के महाराजा साहिब श्री गुरु ग्रंथ साहिब जी की पावन पवित्र गोद दे विच बैठ के हरि जस कीर्तन दा रस गुरु पातशाह की मिठी अते निकी गोद दा निक मान रही गुरु प्यारी गुरु सवारी साध संगत जी। गुरु ने रहमतां कीतियां बख्शिशां कीतियां, अपनी गोद दे विच बैठण दा सुभाग समा बख्शिया। भाई साहब भाई गुरदास जी ने अपने बचनां च कहा कि जिहड़ा जग्यासू गुरु दे दर ते चल के आंदा है उसके पैर सफल हो जाते हैं। जदों आके नतमस्तक हुंदा है, मत्था पवित्र हो जाता है, जदों कन्नां दे नाल बाणी सरवण करता है, हिरदा पवित्र हो जाता है, जदों हत्थां दे नाल सेवा करता है, इसके हथ सफल हो जाते हैं। भाई साहब जी ने बड़े सोहने बचन आख्या, चरंकाल मानस जन्म निर्मोल पायो, सफल जन्म गुर चरण शरण के, हस्त अमोल गुरुदेव से सफल पए, चरण अमोल पर दक्षिणा करण के, नासका अमोल चरनार बिंद बासना के, सरवण अमोल गुरु बचन धरण के, रसना अमोल गुरु मंत्रन सिमरन कै। एक एक अंग का उन्होंने जिक्र किया। अपने ते गुरु ने रहमतां कीतियां, अपना सारा कुछ ही पवित्र हो रहा है। सतवीं लड़ी के अखंड पाठ साहब जी भोग पे, अरदास दे विच आप जी शामिल होए। संत सतनाम सिंह जी ने आरती, संत स्वर्ण सिंह जी ने भोगां दे शब्द गुरु की गोद विच बैठ के आप जी नूं सरवण कराए। सतवीं लड़ी की समाप्ति के उपर जो गुरु ने रहमत ने बख्शिश की, अपने मुखारबिन तो जो गुरु ने बचन साडी झोली दे विच पाया, थोड़े लफ्ज़ां दे विच आपां उस शब्द की विचार की सांझ आपस दे विच पाइए। जो गुरु ने रहमत की बख्शिश की, उस संत स्वर्ण सिंह जी पहला शब्द का उच्चारण करनगे। हाँ जी। तनासरी महला पंजवा, जाको हर रंग लागो इस जुग में, सो कहियत है सूरा, आत्म जिन्हें सगल वसता कै, जाका सतगुर पूरा, ठाकुर गाइए आत्म रंग, सरनी पावन नाम त्यावन, सहज समावन संग रहाऊ, जन के चरण वसै मेरे ही अरै, संग पनीता देहि, जन की तूर देहो कृपा निद, नानक कै सुख एहि। वाहिगुरु जी का खालसा वाहिगुरु जी की फतेह। शब्द आप जी ने सरवण किया। हुण आपां थोड़े अखरी विचार आपस दे विच पाइए। हाँ जी। तनासरी महला पंजवा। तनासरी राग दे अंदर पंचम पातशाह निमरता ते पंच बाणी दे बोहे थे, हरमंदर साहिब जी के रचायता
ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਜੀ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਗੁਰਮੁਖ ਪਿਆਰਿਓ, ਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਸੂਰਮਿਆਂ ਦੀ ਗੱਲ ਕੀਤੀ ਹੈ। ਇੱਕ ਸੂਰਮੇ ਉਹ ਹਨ ਜਿਹੜੇ ਜੰਗੇ ਮੈਦਾਨ ਦੇ ਅੰਦਰ ਧਰਮ ਦੀ ਖਾਤਰ, ਕੌਮ ਦੀ ਖਾਤਰ, ਦੇਸ਼ ਦੀ ਖਾਤਰ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ, ਜਿਨ੍ਹਾਂ ਨੂੰ ਬਾਣੀ ਦੇ ਅੰਦਰ ਕਿਹਾ ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰਹੇ, ਕਭੂ ਨਾ ਛਾਡੇ ਖੇਤ। ਜਿਹੜੇ ਜੰਗੇ ਮੈਦਾਨ ਦੇ ਅੰਦਰ ਸ਼ਹਾਦਤ ਪ੍ਰਾਪਤ ਕਰਦੇ ਹਨ, ਬਾਣੀ ਉਹਨਾਂ ਨੂੰ ਵੀ ਸਤਿਕਾਰ ਦਿੰਦੀ ਹੈ ਤੇ ਉਹਨਾਂ ਦਾ ਜਨਮ ਲਿਆ ਹੋਇਆ, ਉਹਨਾਂ ਦੀ ਸ਼ਹਾਦਤ ਨੂੰ ਪ੍ਰਵਾਨ ਕਰਦੀ ਹੈ ਕਿ ਜਿਹੜੇ ਜੰਗੇ ਮੈਦਾਨ ਦੇ ਅੰਦਰ ਧਰਮ ਦੀ ਖਾਤਰ, ਗੁਰੂ ਦੀ ਖਾਤਰ, ਦੇਸ਼ ਦੀ ਖਾਤਰ, ਕੌਮ ਦੀ ਖਾਤਰ ਸ਼ਹਾਦਤ ਪ੍ਰਾਪਤ ਕਰ ਗਏ। ਜਿਵੇਂ ਇਸ ਅਸਥਾਨ ਦੇ ਉੱਪਰ ਰਹਿਣ ਵਾਲੇ ਪਹਿਲਾਂ ਪਰਮ ਪਿਆਰੇ ਸਤਿਕਾਰਯੋਗ ਅਮਰ ਸ਼ਹੀਦ ਧੰਨ ਧੰਨ ਬਾਬਾ ਜੰਗ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਦਾ ਆਪਣਾ ਕੋਈ ਮਨੋਰਥ ਨਹੀਂ ਸੀ, ਉਹਨਾਂ ਦਾ ਆਪਣਾ ਕੁਝ ਧਨ ਵਾਸਤੇ, ਨਿੱਜੀ ਲੋੜਾਂ ਦੇ ਵਾਸਤੇ ਉਹਨਾਂ ਨੇ ਸ਼ਹਾਦਤ ਨਹੀਂ ਸੀ ਪ੍ਰਾਪਤ ਕੀਤੀ। ਸਿਰਫ ਤੇ ਸਿਰਫ ਸਮੇਂ ਦੀ ਹਕੂਮਤ ਜੋ ਨਿਹੱਥੇ ਬੱਚਿਆਂ ਦੇ ਉੱਪਰ ਉਸ ਵਕਤ ਜਿਹੜੇ ਦਿੱਲੀ ਦੇ ਵਿੱਚ ਪਹੁੰਚੇ ਹੋਏ ਸਨ ਮੈਮੋਰੰਡਮ ਦੇਣ ਦੇ ਵਾਸਤੇ, ਜਦੋਂ ਸਮੇਂ ਦੀ ਹਕੂਮਤ ਨੇ ਨਿਹੱਥਿਆਂ ਦੇ ਉੱਪਰ, ਨਿਮਾਣਿਆਂ ਤੇ ਮਜਲੂਮਾਂ ਦੇ ਉੱਪਰ ਗੋਲੀ ਚਲਾਈ, ਬਸ ਉਹ ਹਿਰਦਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸੇ ਹੀ ਗੱਲ ਨੂੰ ਅੱਗੇ ਤਰਜੀਹ ਦਿੰਦੇ ਹੋਏ ਅੱਜ ਪੂਰੇ 3 ਮਹੀਨੇ ਹੋ ਗਏ ਹਨ। 16 ਦਸੰਬਰ ਦਾ ਦਿਨ ਸੀ ਜਦੋਂ ਪਰਮ ਪੂਜਿਆ ਬਾਬਾ ਜੀ ਨੇ, ਸੰਤ ਬਾਬਾ ਰਾਮ ਸਿੰਘ ਜੀ ਨੇ, ਜੋ ਕਿ ਅਜੇ ਵੀ ਉਹ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਜਿਹੜੇ ਵਿਚਾਰੇ ਬੈਠੇ ਹਨ, ਬਜ਼ੁਰਗ, ਬੀਬੀਆਂ, ਬੱਚੇ, ਉਹਨਾਂ ਦੀ ਜਦੋਂ ਹਾਲਤ ਦੇਖੀ, ਜਦੋਂ ਉਹ ਨਹੀਂ ਦੁੱਖ ਬਰਦਾਸ਼ਤ ਕਰ ਸਕੇ, ਦਾਸ ਨੇ ਪਹਿਲੇ ਦਿਨਾਂ ਦੇ ਵਿੱਚ ਵੀ ਇਹ ਬੇਨਤੀ ਕੀਤੀ ਸੀ, ਦਿਆ ਦੇ ਜਦੋਂ ਆਪਾਂ ਅਰਥ ਪੜ੍ਹੋ, ਦਿਆ ਦੇ ਸ਼ਬਦ ਕੋਸ਼ਾਂ ਵਿੱਚ ਅਰਥ ਸਿਰਫ ਇਤਨੇ ਹੀ ਹਨ ਕਿ ਦੂਜੇ ਦਾ ਦੁੱਖ ਦੇਖ ਕੇ ਹਿਰਦਾ ਵਲੂੰਦਰਿਆ ਜਾਣਾ। ਉਹ ਕਿੰਨਾ ਕੁ ਵਲੂੰਦਰਿਆ ਜਾਂਦਾ, ਇਹ ਇਨਸਾਨ ਦੇ ਉੱਪਰ ਡਿਪੈਂਡ ਕਰਦਾ, ਉਹਦੀ ਕਮਾਈ 'ਤੇ ਡਿਪੈਂਡ ਕਰਦਾ, ਉਹਦੀ ਸੋਚ 'ਤੇ ਡਿਪੈਂਡ ਕਰਦਾ, ਉਹਦਾ ਸੰਸਾਰ ਦੇ ਪ੍ਰਤੀ ਕਿਸ ਤਰ੍ਹਾਂ ਦਾ ਚਿੰਤਨ ਹੈ, ਇਹ ਡਿਪੈਂਡ ਕਰਦਾ ਹੈ। ਮੈਂ ਇਹ ਬੇਨਤੀ ਕਰ ਦੇਵਾਂ, ਸਾਡੇ ਮਨ 'ਚ ਵੀ ਤਾਂ ਦਿਆ ਆਉਂਦੀ ਹੈ ਨਾ, ਜਦੋਂ ਕਿਸੇ ਭੁੱਖੇ ਨੂੰ ਦੇਖਦੇ ਹਾਂ, ਕੋਈ ਮੰਗਤਾ ਘਰ ਦੇ ਵਿੱਚ ਆ ਜਾਏ, ਉਹਦੇ ਫੱਟੇ ਪੁਰਾਣੇ ਕੱਪੜੇ ਹੋਣ, ਆਪਾਂ ਉਹਨੂੰ ਦਿੰਦੇ ਹਾਂ ਨਾ, ਕਿਉਂ ਦਿੰਦੇ ਹਾਂ? ਕਦੀ ਝਾਤ ਮਾਰਿਆ? ਬਸ ਮਨ ਵਿੱਚ ਦਿਆ ਆਉਂਦੀ ਆ ਕਿ ਇਹ ਵਿਚਾਰੇ ਦੇ ਕੋਲ ਨਹੀਂ ਹੈ ਕੁਛ, ਇਹਨੂੰ ਰੋਟੀ ਦੇ ਦਿਓ, ਇਹਨੂੰ ਕੱਪੜਾ ਦੇ ਦਿਓ, ਇਹਨੂੰ ਭੋਜਨ ਦੇ ਦਿਓ, ਆਪਣੀ ਸਮਰੱਥਾ ਦੇ ਮੁਤਾਬਕ। ਮੈਂ ਬੇਨਤੀ ਕਰਾਂ, ਇੱਕ ਦੀ ਸਮਰੱਥਾ ਪੈਸੇ ਤੱਕ ਆ ਕੇ ਰੁਕ ਜਾਂਦੀ ਹੈ, ਇੱਕ ਦੀ ਇਨਸਾਨ ਦੀ ਜਿਹੜੀ ਸਮਰੱਥਾ ਹੈ ਉਹ ਕੱਪੜਿਆਂ ਤੱਕ ਰੁਕ ਜਾਂਦੀ ਹੈ। ਅਤੇ ਕੁਛ ਦਾਨੀ ਇਹੋ ਜਿਹੇ ਵੀ ਹਨ ਜਿਹੜੇ ਕਿ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਹਨ, ਆਭੂਸ਼ਣ ਤੱਕ ਵੀ, ਅਤੇ ਸਤਿਸੰਗ ਨੂੰ ਦਾਜ ਵੀ। ਉਹ ਵੀ ਕਿਉਂ ਦਿੱਤਾ? ਕਿਉਂਕਿ ਸਮਰੱਥਾ ਰੱਬ ਨੇ ਉਨੀ ਕੁ ਦਿੱਤੀ ਹੋਈ ਸੀ। ਤਾਂ ਮੈਂ ਬੇਨਤੀ ਕਰਾਂ, ਬਸ ਬਾਬਾ ਜੀ ਵੀ ਤਾਂ ਦੁੱਖ ਨਹੀਂ ਨਾ ਦੇਖ ਸਕੇ, ਰੱਬ ਨੇ ਇੰਨੀ ਸਮਰੱਥਾ ਦਿੱਤੀ ਹੋਈ ਸੀ ਉਹਨਾਂ ਨੂੰ ਕਿ ਉਹਨਾਂ ਨੇ ਦੇਖਿਆ ਕਿ ਪੈਸਾ ਵੀ ਛੋਟਾ ਹੈ, ਵਸਤਰ ਵੀ ਛੋਟੇ ਹਨ, ਕਿਸੇ ਬੱਚੀ ਦੀ ਸ਼ਾਦੀ ਕਰਨੀ ਇਹ ਵੀ ਛੋਟੀ ਹੈ। ਅਤੇ ਉਹਨਾਂ ਨੇ ਆਪਣੀਆਂ ਚਿੱਠੀਆਂ ਦੇ ਵਿੱਚ ਇਹ ਗੱਲ ਲਿਖੀ ਵੀ, ਤੁਸੀਂ ਵੀ ਪੜ੍ਹੀ, ਸੁਣੀ ਵੀ ਤੁਸੀਂ, ਕਿ ਮੇਰੀ ਨਜ਼ਰ ਦੇ ਵਿੱਚ ਜੋ ਗੁਰੂ ਸਾਹਿਬ ਕਹਿੰਦੇ ਹਨ ਕਿ ਸਭ ਤੋਂ ਉੱਤਮ ਮਾਨੁਖ ਦੇਹੀ ਹੈ, 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਗੁਰੂ ਸਾਹਿਬ ਨੇ ਸਿਰਫ ਤੇ ਸਿਰਫ 84 ਲੱਖ ਦੇ ਵਿੱਚੋਂ ਜੇ ਵਡਿਆਈ ਦਿੱਤੀ, ਮਹਾਨਤਾ ਦਿੱਤੀ, ਤਾਂ ਸਿਰਫ ਇਸ 5 ਭੂਤਕ ਸਰੀਰ ਨੂੰ ਦਿੱਤੀ, ਮਨੁੱਖਾ ਜੀਵਨ ਨੂੰ ਦਿੱਤੀ। ਤੇ ਇਸ ਕਰਕੇ ਬਾਬਾ ਜੀ ਨੇ ਆਪਣੀਆਂ ਚਿੱਠੀਆਂ ਦੇ ਵਿੱਚ ਵੀ ਬਿਲਕੁਲ ਸਪਸ਼ਟ ਲਿਖਿਆ ਕਿ ਗੁਰੂ ਦੀ ਨਜ਼ਰ ਦੇ ਵਿੱਚ ਸਭ ਤੋਂ ਉੱਤਮ ਸ੍ਰੇਸ਼ਟ ਮਨੁੱਖਾ ਦੇਹੀ ਹੈ। ਬਸ ਮੈਂ ਇਹੀ ਭੇਟ ਕਰਦਾ ਹਾਂ ਸਤਸੰਗੀ ਜਨੋ,
मैं बेनती कर रहा कि एक सूरमे ਜਿਹੜੇ देश की खातर कौम की खातर अपने ਜਿਹੜੇ ਜ਼ਿਮੀਂਦਾਰ ਹਨ ਉਹਨਾਂ ਦਾ ਦੁੱਖ ਨਾ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕਰਨਾ ਉਹ ਸੂਰਮੇ ਹਨ। ਤੇ ਦੂਜੇ ਪਾਸੇ ਸੂਰਮੇ ਜੋ ਆ ਪੰਜਵੇਂ ਪਾਤਸ਼ਾਹ ਨੇ ਅੱਜ ਸਾਡੀ ਝੋਲੀ ਦੇ ਵਿੱਚ ਬਚਨ ਪਾਇਆ, ਇਹ ਵੀ ਸੂਰਮੇ ਹਨ ਜਿਹਨੂੰ ਗੁਰੂ ਸਾਹਿਬ ਨੇ ਇੱਕ ਜਗ੍ਹਾ ਤੇ ਕਿਹਾ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਕਹਿੰਦੇ ਜਿਹੜੇ ਪੰਜ ਚੋਰ ਇਨਸਾਨ ਨੂੰ ਲੱਗੇ ਹੋਏ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਇਹਨੂੰ ਛਿਨ ਛਿਨ ਲੁੱਟ ਕੇ ਲਿਜਾ ਰਹੇ ਹਨ, ਉਹਨਾਂ ਨੂੰ ਚੋਰ ਵੀ ਕਿਹਾ ਗੁਰੂ ਸਾਹਿਬ ਨੇ, ਉਹਨਾਂ ਨੂੰ ਸੂਰਮੇ ਵੀ ਕਿਹਾ। ਉਹਨਾਂ ਦੀ ਜ਼ਿਕਰ ਇਸ ਪੰਕਤੀ ਦੇ ਵਿੱਚ ਕੀਤੀ ਹੈ, ਕਹਿੰਦੇ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੇ। ਕਹਿੰਦੇ ਇਸ ਯੁੱਗ ਦੇ ਵਿੱਚ ਭਾਵ ਮੈਂ ਬੇਨਤੀ ਕਰਾਂ ਇੱਕ ਯੁੱਗ ਸਤਸੰਗਿਆਂ ਨੂੰ ਜਿਹੜਾ ਕਲਯੁੱਗ ਚੱਲ ਰਿਹਾ ਹੈ, ਜਿਵੇਂ ਸਤਯੁੱਗ ਸੀ, ਤ੍ਰੇਤਾ ਦੁਆਪਰ ਕਲਯੁੱਗ, ਤੇ ਯੁੱਗ ਸਰੀਰ ਨੂੰ ਵੀ ਮੰਨਿਆ ਹੈ ਤੇ ਯੁੱਗ ਸਮੇਂ ਨੂੰ ਵੀ ਕਿਹਾ ਹੈ। ਤੇ ਇੱਥੇ ਗੁਰੂ ਸਾਹਿਬ ਕਹਿ ਰਹੇ ਹਨ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਕਹਿੰਦੇ ਜਿਹਨੂੰ ਹਰੀ ਦਾ ਰੰਗ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਕਹਿੰਦੇ ਬਸ ਮੇਰੀ ਨਜ਼ਰ ਦੇ ਵਿੱਚ ਕਹਿੰਦੇ ਉਹੀ ਸੂਰਮਾ ਹੈ। ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਕਹਿੰਦੇ ਉਹਨੂੰ ਕਹਿੰਦੇ ਸੂਰਮਾ ਮੰਨੋ, ਉਹ ਸੂਰਮਾ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਅਤੇ ਉਹਦੀ ਆਤਮਾ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਗੁਰੂ ਸਾਹਿਬ ਕਹਿੰਦੇ ਜਦੋਂ ਇਨਸਾਨ ਪੂਰੇ ਸਤਿਗੁਰੂ ਕੋਲ ਜਾਂਦਾ ਹੈ, ਜਾਂ ਕਾ ਸਤਿਗੁਰ ਪੂਰਾ। ਮੈਂ ਬੇਨਤੀ ਕਰਾਂ ਬੜੇ ਵਡਭਾਗੇ ਹਾਂ, ਨਹੀਂ ਤਾਂ ਸੰਸਾਰ ਦੀ ਦੂਜੇ ਧਰਮਾਂ ਦੇ ਵਿੱਚ ਜਰਾ ਦੁਰਦਸ਼ਾ ਦੇਖਣੀ ਗੁਰੂ ਦੇ ਪ੍ਰਤੀ। ਕਿੰਨੇ ਗੁਰੂ ਧਾਰਨ ਕਰਦੇ ਹਨ ਪਰ ਸੰਪੂਰਨਤਾ ਪੂਰਨਤਾ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਪਰਮ ਪੂਜਿਆ ਸਵਾਮੀ ਜੀ, ਸਵਾਮੀ ਪਰਮਾਨੰਦ ਜੀ, ਕਈ ਵਾਰ ਇਸ ਸਟੇਜ ਤੇ ਵੀ ਉਹਨਾਂ ਨੇ ਕਿਹਾ, ਉਹ ਸੁਣਾਇਆ ਕਰਦੇ ਸਨ। ਕਹਿੰਦੇ ਇੱਕ ਬੀਬੀ ਆਇਆ ਕਰਦੀ ਸੀ ਸਤਸੰਗ ਵਿੱਚ, ਕਹਿੰਦੇ ਇੱਕ ਦਿਨ ਆ ਕੇ ਸਾਨੂੰ ਕਹਿਣ ਲੱਗੇ, ਸਵਾਮੀ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਸਵਾਮੀ ਜੀ ਕਹਿੰਦੇ ਮੈਂ ਉਹਨੂੰ ਪੁੱਛਿਆ, ਤੇਰੀ ਉਮਰ ਤਾਂ ਬੜੀ ਹੋ ਗਈ ਹੈ, 60 65 70 ਸਾਲ ਦੀ ਹੋ ਗਈ ਹੈ, ਤੇਰੇ ਬਿਹੇਵੀਅਰ ਤੋਂ ਤੇਰੇ ਇਸ ਸਭ ਕਾਸੇ ਤੋਂ ਲੱਗਦਾ ਹੈ ਤੂੰ ਸਤਸੰਗ ਬੜੀ ਦੇਰ ਦੀ ਕਰਦੀ ਆ ਰਹੀ ਹੈ, ਤਾਂ ਤੂੰ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਕਹਿੰਦੇ ਉਹ ਬੀਬੀ ਨੇ ਮੈਨੂੰ ਕਿਹਾ, ਕਹਿੰਦੇ ਗੁਰੂ ਧਾਰਨ ਕੀਤਾ ਸੀ ਜੀ, ਉਹ ਸੰਸਾਰ ਦੇ ਵਿੱਚੋਂ ਚਲੇ ਗਏ। ਸਵਾਮੀ ਜੀ ਕਹਿੰਦੇ ਮੈਂ ਉਹਨੂੰ ਕਿ ਫਿਰ? ਕਹਿੰਦੇ ਜੀ ਫਿਰ ਦੂਜੇ ਗੁਰੂ ਧਾਰਨ ਕੀਤੇ। ਕਹਿੰਦੇ ਜੀ ਉਹ ਵੀ ਚਲੇ ਗਏ। ਕਹਿੰਦੇ ਜੀ ਫਿਰ? ਕਹਿੰਦੇ ਤੀਜੇ ਗੁਰੂ ਧਾਰਨ ਕੀਤੇ। ਕਹਿੰਦੇ ਉਹਨਾਂ ਦਾ ਜੀਵਨ ਅੱਛਾ ਨਹੀਂ ਸੀ। ਤੇ ਸਵਾਮੀ ਜੀ ਕਿਆ ਕਰਦੇ ਸੀ, ਹੁਣ ਤੂੰ ਮੈਨੂੰ ਗੁਰੂ ਧਾਰਨ ਕਰਨ ਆਈ ਹੈ, ਥੋੜੀ ਚਲੋ ਹਾਸੇ ਵਾਲੀ ਗੱਲ ਹੈ ਕਿ ਤੂੰ ਹੁਣ ਇਹ ਚਾਹੁੰਦੀ ਮੈਂ ਵੀ ਸੰਸਾਰ ਦੇ ਵਿੱਚੋਂ ਚਲਿਆ ਜਾਵਾਂ। ਪਰ ਮੈਂ ਬੇਨਤੀ ਕਰਾਂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਨੂੰ ਵਾਚਿਆ ਕਿ ਸੰਸਾਰ ਦੇ ਵਿੱਚ ਹੋ ਕੀ ਰਿਹਾ ਹੈ। ਗੁਰੂ ਸਾਹਿਬ ਨੇ ਵਾਚਿਆ ਕਿ ਇਨਸਾਨ ਗੁਰੂ ਧਾਰਨ ਕਰਦਾ ਹੈ, ਉਹ ਇਨਸਾਨ ਦਾ ਕੋਈ ਜੀਵਨ ਨਹੀਂ ਹੁੰਦਾ, ਉਹਦਾ ਕੋਈ ਆਚਰਣ ਨਹੀਂ ਹੁੰਦਾ। ਵਿਚਾਰਾ ਜਿਹੜਾ ਗੁਰੂ ਧਾਰਨ ਕਰਦਾ ਹੈ ਉਹਦੀ ਝੋਲੀ ਦੇ ਵਿੱਚ ਪਵੇਗਾ ਕਿ ਜਦੋਂ ਗੁਰੂ ਹੀ ਪੂਰਾ ਨਹੀਂ ਹੈ। ਤਾਂ ਮੈਂ ਬੇਨਤੀ ਕਰਾਂ ਅੱਜ ਜਿੰਨੇ ਵੀ ਆਪਾਂ ਬੈਠੇ, ਕੋਈ ਕਹਿ ਸਕਦਾ ਸਾਡਾ ਸਤਿਗੁਰੂ ਪੂਰਾ ਨਹੀਂ ਹੈ? ਗੱਜ ਕੇ ਬੋਲੋ, ਪੂਰਾ ਹੈ ਨਾ? ਕਿਸੇ ਨੂੰ ਕੋਈ ਸ਼ੰਕਾ ਹੈ? ਸੰਤ ਨੇਚਲ ਸਿੰਘ ਜੀ ਦੀ ਇੱਕ ਵਾਰੀ ਵਾਰਤਾ ਸੰਤ ਕਰਮਜੀਤ ਸਿੰਘ ਜੀ ਸੁਣਾ ਰਹੇ ਸਨ, ਬੜੀ ਸੋਹਣੀ ਗੱਲ ਹੈ। ਕਹਿੰਦੇ ਇੱਕ ਵਾਰੀ ਕਿਸੇ ਜਗਿਆਸੂ ਨੇ ਸੰਤ ਨੇਚਲ ਸਿੰਘ ਜੀ ਨੂੰ ਪੁੱਛ ਲਿਆ ਕਿ ਦੇਹਧਾਰੀ ਗੁਰੂ ਚ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਗਟ ਗੁਰਾਂ ਕੀ ਦੇਹ ਦੇ ਵਿੱਚ ਅੰਤਰ ਕੀ ਹੈ। ਉਹਨਾਂ ਨੇ ਜਿੱਥੇ ਬਾਣੀ ਦੇ ਰਾਹੀਂ ਉਸ ਨੂੰ ਸਮਝਾਇਆ, ਇੱਕ ਦੁਨਿਆਵੀ ਜਿਹੀ ਉਦਾਹਰਨ ਦੇ ਕੇ ਬੜੀ ਸਿੰਬੋਲਿਕ ਗੱਲ ਜਿਹੜੀ ਇੱਕ ਬੱਚੇ ਦੇ ਵੀ ਪੱਲੇ 'ਚ ਪੈ ਜਾਏਗੀ, ਉਹ ਉਹਨਾਂ ਨੇ ਗੱਲ ਉਸ ਨੂੰ ਕਹਿ ਦਿੱਤੀ। ਕਹਿਣ ਲੱਗੇ ਇਹ ਦੱਸ, ਕਹਿੰਦੇ ਅੱਧੀ ਰਾਤ ਨੂੰ ਕਿਸੇ ਦੀ ਨੌਜਵਾਨ ਬੱਚੀ ਦੇਹਧਾਰੀ ਗੁਰੂ ਦੇ ਕਮਰੇ ਦੇ ਵਿੱਚੋਂ ਅੱਧੀ ਰਾਤ ਨੂੰ ਬਾਹਰ ਆਵੇ, ਕਹਿੰਦੇ ਜਿਹੜੇ ਲੋਕੀ ਬਾਹਰ ਬੈਠੇ ਹੋਣਗੇ ਉਹਨਾਂ ਦੀ ਸੋਚ ਕੀ ਹੋਵੇਗੀ। ਕਹਿੰਦੇ ਇਸੇ ਗੱਲ ਨੂੰ ਹੁਣ ਦੂਜੇ ਪਾਸੇ ਲੈ ਜਾ। ਕਹਿੰਦੇ ਕਿਸੇ ਦੀ ਨੌਜਵਾਨ ਬੱਚੀ ਅੱਧੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚੋਂ ਬਾਹਰ ਆਵੇ ਤਾਂ ਬਾਹਰ ਬੈਠਿਆਂ ਦੀ ਦ੍ਰਿਸ਼ਟੀ ਕੀ ਹੋਏਗੀ। ਬਸ ਕਹਿੰਦੇ ਇਹ ਬਹੁਤ ਵੱਡਾ ਅੰਤਰ ਹੈ। ਤੇ ਗੁਰੂ ਨੇ ਸਾਡੇ ਤੇ ਇੱਕ ਕਿਰਪਾ ਕਰ ਦਿੱਤੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਬੇਨਤੀ ਕਰਾਂ ਅੱਜ ਕੋਈ ਸ਼ਿਕਵਾ ਕਰਨ ਦੀ ਜ਼ਰੂਰਤ ਨਹੀਂ ਹੈ, ਨਹੀਂ ਤਾਂ ਕਬੀਰ ਜੀ ਵਰਗਿਆਂ ਦਾ ਜੀਵਨ ਪੜ੍ਹ ਕੇ ਦੇਖੋ। ਸਮੇਂ ਤੇ ਜੋ ਮਹਾਂਪੁਰਸ਼ ਉਸ ਵਕਤ ਸਨ, ਸਵਾਮੀ ਰਾਮਾਨੰਦ ਜੀ, ਜਿਨ੍ਹਾਂ ਦੀ ਬਾਣੀ ਦਾ ਇੱਕ ਸ਼ਬਦ ਵੀ ਬਾਣੀ ਦੇ ਵਿੱਚ ਹੈ, ਮੈਂ ਬੇਨਤੀ ਕਰਾਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸੀ। ਕਿਉਂ ਜਵਾਬ ਦੇ ਦਿੱਤਾ ਸੀ? ਤੂੰ ਨੀਚ ਜਾਤੀ ਦਾ ਹੈ।
ਤੇ ਸਨਾਤਨ ਧਰਮ ਇਹ ਕਹਿ ਰਿਹਾ ਹੈ, ਮਨੂ ਸਿਮਰਤੀ ਇਹ ਕਹਿ ਰਹੀ ਹੈ ਕਿ ਪੂਰਨ ਜਿਹੜਾ ਹੈ, ਜਿਹੜਾ ਪਰਮ ਅਵਸਥਾ ਦੇ ਵਿੱਚ ਪਹੁੰਚ ਗਿਆ, ਉਹ ਨੀਚ ਜਾਤੀ ਨੂੰ ਬਸ ਗੁਰਮੰਤਰ ਨਹੀਂ ਦੇ ਸਕਦਾ। ਮੈਂ ਬੇਨਤੀ ਕਰਾਂ, ਸਾਡੇ ਗੁਰੂ ਨੇ ਤਾਂ ਪਹਿਲਾਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜਦੋਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਕੋਈ ਵਿਤਕਰਾ ਕੀਤਾ ਕਿ ਵੀ ਸਿਰਫ ਕੋਈ ਐਸੇ ਜਾਤੀ ਦਾ ਹੀ ਉੱਠੇ, ਖੱਤਰੀ ਹੀ ਉੱਠੇ, ਬ੍ਰਾਹਮਣ ਹੀ ਉੱਠੇ। ਮੈਂ ਬੇਨਤੀ ਕਰਾਂ, 5 ਉੱਠੇ ਤੇ ਅਲੱਗ-ਅਲੱਗ ਜਾਤੀਆਂ ਦੇ ਵਿੱਚੋਂ ਉੱਠੇ। ਗੁਰੂ ਨੇ ਸਤਸੰਗੀ ਜਨੋਂ ਅਤੇ ਉਹਨਾਂ ਨੂੰ ਦੀਕਸ਼ਿਤ ਕਰਨ ਸਮੇਂ ਅਤੇ ਉਹਨਾਂ ਨੂੰ ਜਿਹੜਾ ਉਪਦੇਸ਼ ਦਿੱਤਾ, ਉਹਦੇ ਵਿੱਚ ਕੋਈ ਫਰਕ ਨਹੀਂ ਪਾਇਆ। ਤਾਂ ਅੱਜ ਵੀ ਤਾਂ ਗੁਰੂ ਸਾਂਝੀਵਾਲਤਾ ਦਾ ਉਪਦੇਸ਼ ਦੇ ਰਿਹਾ ਨਾ, ਕੋਈ ਵਿਤਕਰਾ ਥੋੜੀ ਕਰਦਾ ਕਿ ਇਸ ਸੰਗਤ ਵਿੱਚ ਬ੍ਰਾਹਮਣ ਹੀ ਆ ਸਕਦੇ ਹਨ, ਇਹਦੇ ਵਿੱਚ ਖੱਤਰੀ ਹੀ ਆ ਸਕਦੇ ਹਨ, ਇਹਦੇ ਵਿੱਚ ਵੈਸ਼ ਹੀ ਆ ਸਕਦੇ ਹਨ, ਇਸ ਦੇ ਵਿੱਚ ਸ਼ੂਦਰ ਹੀ ਆ ਸਕਦੇ ਹਨ। ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹੀ ਗੱਲ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਆਤਮ ਜਿਨੈ ਸਗਲ ਵਸਤਾਂ ਕੈ ਜਾਂ ਕਾ ਸਤਿਗੁਰ ਪੂਰਾ। ਕਹਿੰਦੇ ਜਦੋਂ ਜੀਵ ਸਤਿਗੁਰੂ ਦੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਜਾਂਦਾ, ਆਪਣੇ ਆਪ ਨੂੰ ਸਤਸੰਗ ਨੂੰ ਵਡਭਾਗਾ ਕਿਆ ਕਰੋ ਕਿ ਗੁਰੂ ਇੱਕ ਕਿਰਪਾ ਕੀਤੀ ਕਲਗੀਧਰ ਸੱਚੇ ਪਾਤਸ਼ਾਹ, ਸਾਨੂੰ ਤੁਸੀਂ ਪੂਰਨ ਗੁਰੂ ਦੇ ਲੜ ਲਗਾ ਦਿੱਤਾ, ਸਾਡੇ ਮਨ 'ਚ ਹੁਣ ਕੋਈ ਸ਼ਿਕਵਾ ਨਹੀਂ ਹੈ। ਤੇ ਕਹਿੰਦੇ ਜਦੋਂ ਫਿਰ ਗੁਰੂ ਦੇ ਬਚਨਾਂ ਦੇ ਮੁਤਾਬਕ ਕਹਿੰਦੇ ਨਾਮ ਜਪੇਗਾ, ਕਹਿੰਦੇ ਫਿਰ ਤੇਰੀ ਆਤਮਾ ਦੇ ਉੱਪਰ ਰੰਗ ਚੜੇਗਾ। ਕਹਿੰਦੇ ਜਦੋਂ ਆਤਮਾ ਦੇ ਉੱਪਰ ਰੰਗ ਚੜ ਗਿਆ, ਕਹਿੰਦੇ ਫਿਰ ਪਤਾ ਕੀ ਹੋਵੇਗਾ, ਸਗਲ ਵਸ ਤਾਂ ਕੇ, ਕਹਿੰਦੇ ਸਾਰਾ ਸੰਸਾਰ 84 ਲੱਖ ਜੂਨ, ਕਹਿੰਦੇ ਫਿਰ ਇਹਦੇ ਵਸ ਵਿੱਚ ਹੋਵੇਗੀ, ਇਹਦੇ ਕਹਿਣੇ ਦੇ ਵਿੱਚ ਹੋਵੇਗੀ। ਠਾਕੁਰ ਗਾਈਐ ਆਤਮ ਰੰਗ। ਠਾਕੁਰ ਪਰਮਾਤਮਾ, ਕਹਿੰਦੇ ਜਦੋਂ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰੇਗਾ, ਪਰਮਾਤਮਾ ਦੇ ਨਾਮ ਦਾ ਉਚਾਰਨ ਕਰੇਗਾ, ਕਹਿੰਦੇ ਤੇਰੀ ਆਤਮਾ ਨੂੰ ਫਿਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਚੜੇਗਾ। ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਰਹਾਉ ਦੀ ਪੰਕਤੀ ਹੈ। ਰਹਾਉ ਮੈਂ ਬੇਨਤੀ ਕਰਾਂ, ਠਹਿਰਾਓ ਨੂੰ ਵੀ ਕਹਿੰਦੇ ਹਨ ਕਿ ਇਹ ਇਨਸਾਨ ਜਿਹੜਾ ਤੂੰ ਸ਼ਬਦ ਪੜ੍ਹੀ ਜਾ ਰਿਹਾ, ਥੋੜਾ ਜਿਹਾ ਰੁਕ ਜਾ ਇੱਥੇ। 10 ਤਕਰੀਬਨ ਬੇਨਤੀ ਕਰਿਆ ਕਰਦਾ, ਆਪਾਂ ਪੜ੍ਹੀ ਤਾਂ ਜਾਂਦੇ ਹਾਂ, ਪੜ੍ਹੀ ਤਾਂ ਜਾਂਦੇ ਹਾਂ, ਪਰ ਰੁਕਦੇ ਬਿਲਕੁਲ ਵੀ ਨਹੀਂ ਹਾਂ। ਤੇ ਰਹਾਉ ਦੇ ਵਿੱਚ ਆਪ ਜੀ ਨੇ ਬੜੀ ਵਾਰੀ ਸਰਵਣ ਕੀਤਾ, ਰਹਾਉ ਦੇ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਮੋਰਲ ਹੁੰਦਾ ਹੈ। ਤੇ ਗੁਰੂ ਸਾਹਿਬ ਇੱਥੇ ਬਚਨ ਕਰਦੇ ਹਨ, ਕਹਿੰਦੇ ਸ਼ਰਨੀ ਪਾਵਨ, ਕਹਿੰਦੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ, ਮੈਂ ਬੇਨਤੀ ਕਰਾਂ, ਇੱਕ ਸਿੱਖ ਦਾ ਸ਼ਰਨ ਦੇ ਵਿੱਚ ਆਉਣਾ ਹੈ, ਇੱਕ ਗੁਰੂ ਨੇ ਸ਼ਰਨ ਵਿੱਚ ਲੈਣਾ ਹੈ, ਇਹਦੇ ਵਿੱਚ ਬੜਾ ਅੰਤਰ ਹੈ। ਇੱਕ ਸਿੱਖ ਨੇ ਸ਼ਰਨ ਦੇ ਵਿੱਚ ਆਉਣਾ ਹੈ, ਇੱਕ ਗੁਰੂ ਨੇ ਸ਼ਰਨ ਵਿੱਚ ਲੈਣਾ ਹੈ। ਆ ਤਾਂ ਜਿਹੜਾ ਵੀ ਮਰਜ਼ੀ ਜਾ ਸਕਦਾ ਸਤਸੰਗੀ ਜਨੋ, ਪਰ ਲੈਂਦਾ ਕਿੰਨਿਆਂ ਕੁ ਨੂੰ ਹੈ। ਹੈਨ ਵਿਰਲੇ ਨਾਹੀ ਕੜੇ ਫੈਲ ਫੱਕੜ ਸੰਸਾਰ। ਜਦੋਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਵਿਸਾਖੀ ਵਾਲੇ ਦਿਨ ਇਤਿਹਾਸ ਕਹਿੰਦਾ ਸਤਸੰਗੀ ਜਨੋ 80,000 ਦਾ ਕੱਟ ਸੀ, 80,000 ਦਾ 80,000 ਸ਼ਰਨ ਦੇ ਵਿੱਚ ਆਇਆ ਹੋਇਆ ਸੀ। ਪਰ ਗੁਰੂ ਨੇ ਕਿੰਨਿਆਂ ਕੁ ਨੂੰ ਸ਼ਰਨ ਦੇ ਵਿੱਚ ਲਿਆ ਪਤਾ ਨਾ, ਸਿਰਫ 5 ਨੂੰ ਸਤਸੰਗੀ ਜਨੋ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸ਼ਰਨੀ ਪਾਵਨ। ਪਾਵਨ ਦੇ ਇੱਥੇ ਅਰਥ ਹਨ ਕਿ ਜਦੋਂ ਕਹਿੰਦੇ ਗੁਰੂ ਤੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਏਗਾ, ਸ਼ਰਨੀ ਪਾਵਨ ਨਾਮ ਧਿਆਵਨ, ਕਹਿੰਦੇ ਉਹ ਤਾਂ ਲਿਆ ਜਾਏਗਾ ਜਦੋਂ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ। ਕਹਿੰਦੇ ਫਿਰ ਅਵਸਥਾ ਤੇਰੀ ਪਤਾ ਕੀ ਬਣ ਜਾਏਗੀ, ਸਹਿਜ ਸਮਾਵਨ ਸੰਗ, ਕਹਿੰਦੇ ਤੂੰ ਸਹਿਜ ਅਵਸਥਾ ਵਿੱਚ ਚਲੇ ਜਾਏਗਾ। ਤੇ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਾਂ, ਗੁਰਮਤ ਦੇ ਅੰਦਰ ਆਨੰਦ ਦੀ ਅਵਸਥਾ, ਗੁਰਮਤ ਦੇ ਅੰਦਰ ਜੀਵਨ ਮੁਕਤ ਦੀ ਅਵਸਥਾ, ਗੁਰਮਤ ਦੇ ਅੰਦਰ ਸਤਸੰਗ ਨੂੰ ਸਹਿਜ ਅਵਸਥਾ, ਇਹ ਇੱਕੋ ਹੀ ਅਵਸਥਾ ਦਾ ਜ਼ਿਕਰ ਹੈ। ਤੇ ਜਦੋਂ ਬੰਦਾ ਸਹਿਜ ਅਵਸਥਾ ਦੇ ਵਿੱਚ, ਬਾਣੀ ਦੇ ਵਿੱਚ ਇਸ ਸ਼ਬਦ 'ਚ ਗੁਰੂ ਸਾਹਿਬ ਨੇ ਸਹਿਜ ਸਮਾਵਨ ਕਿਹਾ ਹੈ। ਕਹਿੰਦੇ ਜਦੋਂ ਤੂੰ ਸਹਿਜ ਸਮਾਵਨ ਵਾਲੀ ਅਵਸਥਾ ਵਿੱਚ ਆਏਗਾ, ਸਹਿਜ ਵਿੱਚ ਸਮਾ ਜਾਏਗਾ ਨਾ, ਤਾਂ ਮੈਂ ਬੇਨਤੀ ਕਰਾਂ ਫਿਰ ਉਹ ਪਤਾ ਕੀ ਹੈ, ਤਕਰੀਬਨ ਆਪਾਂ ਵਿਚਾਰ ਕਰਦੇ ਹਾਂ। ਫਿਰ ਸੁਖਮਨੀ ਸਾਹਿਬ ਜੋ ਕਹਿੰਦੇ ਹਨ, ਦਾਸ ਨੇ ਪਹਿਲਾਂ ਕਿਹਾ ਕਿ ਜੀਵਨ ਮੁਕਤ ਸਹਿਜ ਸਮਾਵਨ ਆਨੰਦ ਸਤਸੰਗੀ ਜਨੋ ਇੱਕੋ ਹੀ ਅਵਸਥਾ ਹੈ। ਫਿਰ ਇਹਦੇ ਅੰਦਰ ਇਹਨੂੰ ਆਪ ਨੂੰ ਪਤਾ ਚੱਲਦਾ ਹੈ ਕਿ ਮੇਰੀ ਸੁਰਤੀ ਬਿਰਤੀ ਕਿਹੋ ਜਿਹੀ ਹੈ। ਫਿਰ ਉੱਥੇ ਆਪਣਾ ਆਪਣਾ ਨਹੀਂ, ਉੱਥੇ ਪਰਾਇਆ ਪਰਾਇਆ ਨਹੀਂ, ਉੱਥੇ ਦੁੱਖ ਦੁੱਖ ਨਹੀਂ, ਉੱਥੇ ਸੁੱਖ ਸੁੱਖ ਨਹੀਂ, ਉੱਥੇ ਸੋਨਾ ਸੋਨਾ ਨਹੀਂ, ਉੱਥੇ ਮਿੱਟੀ ਮਿੱਟੀ ਨਹੀਂ, ਉੱਥੇ ਇੱਜ਼ਤ ਇੱਜ਼ਤ ਨਹੀਂ, ਉੱਥੇ ਬੇਇੱਜ਼ਤੀ ਬੇਇੱਜ਼ਤੀ ਨਹੀਂ। ਮੈਂ ਬੇਨਤੀ ਕਰਾਂ, ਇਨਸਾਨ ਸੋਨਾ ਤੇ ਮਿੱਟੀ ਬਰਾਬਰ ਸਮਝ ਲਵੇਗਾ,
पर आ जिहड़ा इज्जत का चक्कर है ना सत्संगी जनों, मैं बेनती करा ये बहुत वड्डा चक्कर है। इंसान होर सब कुछ मैनू लगता है कि कमाई करके, सब तो मैनू लगता कि बाद दे विच इंसान नूं जेकर कोई चीज़ धर्म की दुनिया के आपां जदों झात मारो रब की प्राप्ति वास्ते रुकावट पैंदी है, तो सत्संगी जनों मैं बेनती करा बस इज्जत ते बेइज्जती का बड़ा वड्डा चक्कर हुंदा है। जिन्हों प्रसोज करना शुरू कर दिओ वो तुहाडे नाल प्यार करना शुरू करता है, सच्ची गल कह दिओ हुण कौड़ी लगनी शुरू हो जाती है। साडी हालत इवें है जिवें किसी खिडौणे नूं चाबी भर दिओ, जिन्नी क चाबी भरी उवें खिडौणा बेचारा चली जाता है, जदों चाबी मुक गई बस वो खत्म हो जाता है। दूजे ने आया उन्हें चक्या उन्हें चाबी भर दी, फिर चलना शुरू कर दिता बेचारे ने, तो जदों चाबी खत्म हो गई फिर वो रुक गया। मैं बेनती करा धर्म कहता अपनियां चाबियां दूजियां नूं ना दवो, अपनियां चाबियां अपने हथ दे विच होणियां चाहिदियां, अपनी सोच अपनी समझ अपनी जो कुछ भी है कि गुरु की कह रहा है। तो मैं बेनती करा कोई सच कहे उन्होंने, पर मैं ये भी बेनती कर देवां संत सिंह मस्कीन जी एक बड़ी सोहनी गल सुनाया करते सन। वो कहते पुछया किसी फकीर नूं कि तुहाडा सब तो वड्डा मित्र कौन है ते तुहाडा सब तो वड्डा दुश्मन कौन है, तो उस फकीर ने पता की जवाब दिता सी, मैं बेनती करा साडे मित्र पता कौन है, जिहड़े सानू प्रसोज करते हैं। साडे मित्र किहड़े जिहड़े सानू पट्ठे पांदे हन, साडे मित्र किहड़े हन जिहड़े सानू चंगा कहंदे हन। पर उस फकीर ने की जवाब दिता सी, वो कहंदा सब तो वड्डा मित्र मेरा हो जिहड़ा मेरे सामने आके मेरियां गलतियां दसदा, कहंदे सब तो वड्डा मित्र। तो जदों उन्होंने पूछा तेरा सब तो वड्डा दुश्मन, कहंदे जिहड़े मेरे मूँह ते आके मियाँ मिठू बनते हैं ना, जिहड़े मैनू प्रसोज करते हैं, जिहड़े थोड़े मैनू पॉलिश करते हैं, कहंदे सब तो वड्डे दुश्मन है, क्योंकि मेरी असलीयत नहीं मेरे सामने आन देंदे। कहंदे जिहड़े मेरियां गलतियां दसदे आ वो कहंदे मेरी असलीयत मेरे सामने आन दिंदे हन। इस करके मेरे गुरु पातशाह कहंदे हन, कहंदे जदों तू नाम की कमाई करेगा, मैं बेनती करा ये अवस्थावां नाम की कमाई तो बिना बिल्कुल नहीं मिल सकदियां। इंसान सोचे कि मैं सोच समझ के अवस्था बना लांगा, वो थोड़ी जी बनावटी तो हो सकती है, थोड़ी देर वास्ते दुनिया के लोगों को झांसा देने वास्ते तो वो हो सकती है, पर मैं बेनती करा जदों नाम की कमाई करता है फिर वो बाहरी अवस्था नहीं रह जाती, वो अंदर की अवस्था हो जाती है। अज हालत की है जियों मैले बाहरों निर्मल जियों तो मैले। मेरे गुरु तीजे पातशाह कहते हालत की होगी तिन्नी जन्म जुए हारिया। इस करके मैं ज़्यादा विस्तार विच न जावां। गुरु पातशाह कहते शरणी पावन नाम त्यावन सहज समावन संग, गुरु रहमत करे बख्शिश करे कि सानू भी ये अवस्था बख्शे। पहला गुरु साडी झोली च ये पाए कि असी नाम जप सकीए, जिन्हां ने गुरु धारण नहीं किया वो पहला गुरु धारण कर सकन, उस तो बाद गुरु का दिता हुए गुरमंत्र की कमाई असी कर सकीए, फिर गुरु रहमत करे साडी अवस्था दे विच सहज अवस्था पावे जी। जन के चरण वसै मेरा ही अरे संग पनीता देही। गुरु पातशाह कहते हैं जन के चरण वसे मेरे ही अरे। इत्थे पंजवें पातशाह निमरता दर्शा रहे हैं। आप हन करन कारण समर्थ। मैं बेनती करा सत्संगी जनों एक गुरु नानक दा ही घर है, जिहड़े गुरुआं दे अंदर भी ते जिन्हें सिखां नूं भी ये उपदेश दिता कि सिखा किसी अवस्था ते विच भी पहुँच जाई, पर तेरी अंदर हिरदा झुकिया होया होना चाहिए है, तेरे अंदर निमरता होनी चाहिए है। भाई गुरदास जी दे जदों बचन पढ़ो ना, आप जी नूं पता है कि उन्होंने बाणी नूं पंजवें पातशाह ने कहा सी कि भाई गुरदास जी की बाणी कुंजी है कि जेकर मेरी बाणी पोथी साहब जी की बाणी ताला है तो भाई गुरदास जी की जिहड़ी बाणी है उन्होंने हुंदियां कह दिता सी कि भाई गुरदास तेरी बाणी कुंजी है, तो मैं बेनती करा कुंजी तो बिना ताला नहीं खुलता। तो उन्होंने निमरता की गल करते हुए पता की क्या, हों अपराधी गुनेगार हों बेमुख मंदा, चोर यार जो हार हों पर कर जो हंदा, निंदक दुष्ट हराम खोर ठग देष्ट गंदा, विश्वास द्रोही अकृत कण मैं को ना रखंदा। पर अखीर कहते सिमर मुरीदा ढाडिया सतगुर बख्शंदा। कहते इन्नियां गलतियां मेरे च हन, पर कहते मेरा गुरु कितना वड्डा समर्थ है, कहते जिहड़ा ओदी शरण दे विच आंदा है ओदा नाम जपदा है, कहते ओनों भी वो बख्श दिंदा है। इत्थे पंजवें पातशाह कहते जन के चरण वसै मेरे हीरे। जन जिहड़ा नाम जपण वाला है,
ਕਹਿੰਦੇ ਜੇਕਰ ਨਾਮ, ਪੰਜਵੇਂ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲੇ ਦੇ ਚਰਨ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਵਸ ਜਾਣ ਸੰਗ ਪੁਨੀਤਾ ਦੇਹੀ, ਕਹਿੰਦੇ ਫਿਰ ਪਤਾ ਕੀ ਹੋਏਗਾ, ਕਹਿੰਦੇ ਮੇਰੀ ਆਤਮਾ ਤਾਂ ਪਵਿੱਤਰ ਹੋਣੀ ਹੀ ਹੋਣੀ ਆ, ਕਹਿੰਦੇ ਮੇਰਾ ਸਰੀਰ ਵੀ ਪਵਿੱਤਰ ਹੋ ਜਾਏਗਾ, ਕਹਿੰਦੇ ਇਹ ਸਰੀਰ ਵੀ ਪਰਮਾਤਮਾ ਨੂੰ ਪ੍ਰਵਾਨ ਚੜ ਜਾਏਗਾ। ਮੈਂ ਬੇਨਤੀ ਕਰਾਂ, ਹੁਣ ਕਈ ਕਹੇਗਾ ਜੀ ਆਤਮਾ ਤਾਂ ਮਨ ਦੀ ਤਾਂ ਗੱਲ ਸਮਝਦੇ ਆ, ਰੱਬ ਨੂੰ ਪ੍ਰਵਾਨ ਚੜੇਗਾ। ਤੇ ਤੀਜੇ ਪਾਤਸ਼ਾਹ ਨੇ ਜਿੱਥੇ ਸ਼ਬਦ ਉਚਾਰਨ ਕੀਤਾ ਨਾ, ਇਹ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕੇ, ਤੇ ਅਖੀਰ 'ਚ ਪਤਾ ਕੀ ਕਿਹਾ, ਇਹੋ ਸਰੀਰ ਪਵਿੱਤਰ ਹੈ, ਕਹਿੰਦੇ ਇਹ ਸਰੀਰ ਵੀ ਪਵਿੱਤਰ ਹੋ ਜਾਂਦਾ। ਸਤਸੰਗੀ ਜਨੋ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹੀ ਗੱਲ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਮੇਰੇ ਹਿਰਦੇ ਦੇ ਵਿੱਚ ਨਾਮ ਜਪਣ ਵਾਲਿਆਂ ਦੇ ਕਹਿੰਦੇ ਚਰਨ ਟਿਕ ਜਾਣ, ਤੇ ਕਹਿੰਦੇ ਫਿਰ ਕਹਿੰਦੇ ਕੀ ਹੋਵੇ, ਕਹਿੰਦੇ ਸੰਗ ਪੁਨੀਤਾ ਦਹੀ, ਕਹਿੰਦੇ ਉਹਨਾਂ ਦਾ ਸੰਗ ਕਰਕੇ ਉਹਨਾਂ ਦੇ ਚਰਨ ਜਦੋਂ ਹਿਰਦੇ 'ਚ ਟਿਕਣਗੇ, ਕਹਿੰਦੇ ਉਹਨਾਂ ਦਾ ਉਪਦੇਸ਼ ਜਦੋਂ ਮੇਰੇ ਹਿਰਦੇ 'ਚ ਟਿਕੇਗਾ, ਕਹਿੰਦੇ ਮੇਰੀ ਦੇਹ ਵੀ ਕਹਿੰਦੇ ਪੁਨੀਤ ਹੋ ਜਾਵੇਗੀ, ਪਵਿੱਤਰ ਹੋ ਜਾਵੇਗੀ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਸ਼ਬਦ ਦੀ ਅਖੀਰਲੀ ਪੰਕਤੀ ਦੇ ਵਿੱਚ ਪੰਜਵੇਂ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਜਨ ਕੀ ਧੂਰ। ਫਿਰ ਜਨ ਦੀ ਗੱਲ ਹੈ ਕਿ ਜਿਹੜੇ ਨਾਮ ਜਪਣ ਵਾਲੇ ਹਨ, ਮੈਂ ਬੇਨਤੀ ਕਰਾਂ ਕੈਸੇ, ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪਰਵਾਨ ਗਣੀ ਸਹੀ ਏ ਆਏ, ਸਫਲ ਤਿਨਾ ਕੇ ਕਾਮਾ। ਧੂੜੀ ਦੇ ਵਾਸਤੇ ਰੋਜ਼ ਆਪਾਂ ਪੜ੍ਹਦੇ ਹਾਂ ਅੰਤਰਜਾਮੀ, ਇਹ ਵੀ ਪੰਜਵੇਂ ਪਾਤਸ਼ਾਹ ਦੇ ਬਚਨ ਹਨ। ਅੰਤਰਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਕਹਿੰਦੇ ਮੰਗਦਾ ਹਾਂ ਇਹ ਸੁਖ, ਕਹਿੰਦੇ ਮੈਨੂੰ ਸੁਖ ਮਿਲੇਗਾ, ਸਕੂਨ ਮਿਲੇਗਾ। ਕਹਿੰਦੇ ਅੰਤਰਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ। ਅੱਗੇ ਬੋਲਦੇ ਹੋ ਗੱਜ ਵੱਜ ਕੇ, ਮੋਕੋ ਕਰ ਸੰਤਨ ਕੀ ਤੂਰੇ, ਕਿ ਮੈਨੂੰ ਸੰਤਾਂ ਦੇ ਧੂੜ ਮਿਲ ਜਾਵੇ, ਮੈਂ ਸੰਤਾਂ ਦੀ ਧੂੜ ਹੋ ਜਾਵਾਂ, ਭਾਵ ਮੇਰੇ ਜੀਵਨ ਦੇ ਵਿੱਚ ਨਿਮਰਤਾ ਆ ਜਾਏ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਜਨ ਕੀ ਧੂਰ ਦੇਹੋ ਕਿਰਪਾ ਨਿਧ। ਕਿਰਪਾ ਨਿਧ ਪਰਮਾਤਮਾ, ਕਿਰਪਾ ਕਰਨ ਵਾਲਾ ਪਰਮਾਤਮਾ। ਕਿਰਪਾ ਨਿਧ ਜਿਹੜਾ 9 ਨਿਧੀਆਂ 18 ਸਿੱਧੀਆਂ ਦੇਣ ਵਾਲਾ ਪਰਮਾਤਮਾ ਹੈ, ਕਿਰਪਾ ਕਰਦਾ ਜਿਹੜਾ 9 ਨਿਧੀਆਂ 18 ਸਿੱਧੀਆਂ ਦੀ। ਕਹਿੰਦੇ ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਬਸ ਮੇਰਾ ਇਹੀ ਸਭ ਤੋਂ ਵੱਡਾ ਸੁਖ ਹੈ। ਸੋ ਸਤਸੰਗੀ ਜਨੋ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ 7ਵੀਂ ਲੜੀ ਦੀ ਸਮਾਪਤੀ ਦੇ ਉੱਪਰ ਆਪਣੇ ਪ੍ਰਵਚਨਾਂ ਦੇ ਰਾਹੀਂ ਸਭ ਸੰਗਤਾਂ ਦੀ ਝੋਲੀ ਭਰੀ, ਤੁਛ ਬੁੱਧੀ ਅਨੁਸਾਰ ਵਿਚਾਰ ਦੀ ਸਾਂਝ ਆਪਾਂ ਆਪਸ ਦੇ ਵਿੱਚ ਪਾਈ ਹੈ। ਹੁਣ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸੰਤ ਸਵਰਨ ਸਿੰਘ ਜੀ ਆਪ ਜੀ ਨੂੰ ਸੁਣਾਉਣਗੇ, ਫਿਰ ਅਗਲਾ ਪ੍ਰੋਗਰਾਮ ਨਾਲ ਦੀ ਨਾਲ ਆਪ ਜੀ ਨੂੰ ਦਰਸਾਇਆ ਜਾਵੇਗਾ। ਜਨ ਕੇ ਚਰਨ ਵਸੈ ਮੇਰੇ ਹੀਰੇ, ਸੰਗ ਪਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿੱਥੇ ਆਪਾਂ ਗੁਰੂ ਦੀ ਗੋਦ ਵਿੱਚ ਆ ਕੇ ਬੈਠੇ ਹਾਂ, ਉੱਥੇ ਗੁਰੂ ਨੇ ਆਪਣੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਮਹਾਂਪੁਰਸ਼ਾਂ ਨੇ ਵੀ ਦਰਸ਼ਨ ਦਿੱਤੇ ਹਨ। ਸੰਤ ਬਾਬਾ ਅਮਰਜੀਤ ਸਿੰਘ ਜੀ ਦਾਤੇ ਵਾਲੇ, ਜਿਨ੍ਹਾਂ ਦਾ ਬਾਬਾ ਜੀ ਦੇ ਨਾਲ ਅੱਤ ਦਾ ਪਿਆਰ ਇੱਥੇ ਆਉਣ ਤੋਂ ਪਹਿਲਾਂ ਦਾ ਹੀ, ਜਦੋਂ ਦਾਸਰੇ ਨਾਨਸਰ ਵਿਖੇ ਸਨ, ਉਦੋਂ ਤੋਂ ਹੀ ਮਹਾਂਪੁਰਸ਼ਾਂ ਦਾ ਬਾਬਾ ਜੀ ਦੇ ਨਾਲ ਪਿਆਰ, ਹਰ ਸਮਾਗਮਾਂ 'ਤੇ ਆ ਕੇ ਹਾਜ਼ਰੀਆਂ ਭਰਦੇ। ਅੱਗੇ ਪਿੱਛੇ ਵੀ ਜਦੋਂ ਮੌਜ ਦੇ ਵਿੱਚ ਹੁਣ ਕਦੀ ਬਾਬਾ ਜੀ ਸੁਨੇਹਾ ਭੇਜ ਦਿੰਦੇ ਸਨ, ਕਦੀ ਮਹਾਂਪੁਰਸ਼ ਆਪਣੀ ਮੌਜ ਵਿੱਚ ਕਹਿੰਦੇ ਸਨ ਜੀ ਮੈਂ ਆ ਰਿਹਾ ਹਾਂ 2-4 ਦਿਨ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਅਗੰਤ ਪਰੇ ਪੰਡਾਰਾ। ਜਿਵੇਂ ਆਪਾਂ ਰਿਸ਼ਤੇਦਾਰੀਆਂ 'ਚ ਜਾਂਦੇ ਨਾ, ਉਵੇਂ ਜਿਹੜਾ ਸੰਤ ਹੈ ਉਹਦੀ ਰਿਸ਼ਤੇਦਾਰੀ ਸੰਤਾਂ ਦੇ ਨਾਲ ਹੀ ਹੁੰਦੀ ਹੈ। ਸੰਤ ਅਮਰਜੀਤ ਸਿੰਘ ਜੀ ਦਾਤੇ ਵਾਲਿਆਂ ਨੇ ਕਿਰਪਾ ਕੀਤੀ, ਦਰਸ਼ਨ ਦੀਦਾਰੇ ਦਿੱਤੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਨਾਲ ਹੀ ਆਪ ਜੀ ਦੇ ਹੀ ਮਹਾਂਪੁਰਸ਼ ਸੰਤ ਬਾਬਾ ਬਾਬੂ ਸਿੰਘ ਜੀ ਨੀਸਿੰਘ ਵਾਲੇ, ਇਹਨਾਂ ਦੀ ਸੇਵਾ ਦਾ ਤਾਂ ਕੀ ਵਰਣਨ ਕਰਨਾ ਹੈ, ਉਹ ਤੁਸੀਂ ਭਲੀ ਭਾਂਤ ਹੀ ਜਾਣਦੇ ਹੋ। ਦਿਨ ਰਾਤ ਤਤਪਰ ਰਹਿੰਦੇ ਹਨ ਇਸ ਅਸਥਾਨ ਵਾਸਤੇ।
अपना स्थान तो चलाते ही चलाते हैं। रोज़ सुबह मैं बेनती करा जड़ा अंदर पंक्ति पंक्ति वाला श्री संपट खान पाठ साहब जी चल रहा है, रोज़ सुबह घर तो देग बन के आती है, इन्हां दे बेटे लैके आते हैं। फिर उस तो बाद नाश्ते दे वास्ते प्रशादा भी बन के आता है। नाल यही तुसी संगतों उत्थे भी सेवावां कमांदियां हो, इत्थे भी हाज़रियां भरदे हो, सेवावां कमांदियां हो। सो जदों भी आवाज़ मारो तत्पर खड़े हैं। बाबा बाबू सिंह जी का भी बहुत बहुत धन्यवाद, कृपा की है। हुण 7वीं लड़ी के अंदर जिहड़े गुरमुख प्यारे ने अखंड पाठ साहब जी कराए सन, दास उन्हां दे नाम लवेगा। संत बाबा त्रिलोचन सिंह जी, संत बाबा गेजा सिंह जी, संत बाबा सरबजीत सिंह जी सरसा जी, संत अजमेर सिंह जी अपने कर कमला द्वारा सरोपे की बख्शिश गुरु की रहमत जो है वो भेंट करनगे। आप जी आके सिर मत्थे सरोपा परिवान करो। सरदार सुखविंदर सिंह जी डेरा शेखूपुरा, गुरमुख प्यारे जिहड़े हन तो आके सरोपे की बख्शिश लै लैन। सरदार सुखविंदर सिंह जी डेरा शेखूपुरिया, सरदार गुरनाम सिंह जी डेरा शेखूपुरिया, सरदार गुरबाज सिंह जी लागर निसिंह निशान सिंह, सरदार बलबीर सिंह जी मजौरी फार्म, पता नहीं संजौरी फार्म है थोड़ा लिख, सियोरी फार्म गुल्लरपुर, सरदार अजायब सिंह जी निसिंह, सरदार जोगिंदर सिंह जी वड़ैच निसिंह, सरदार शमिंदरपाल सिंह जी शम्मी सिंगड़ा, सरदार प्रगट सिंह सन ऑफ अंग्रेज सिंह मल्ली सिंगड़ा, सरदार मनजीत सिंह जी लाडी सफैदों, सरदार गुरदीप सिंह जी बेटी नवनीत कौर बरास, सरदार राम सिंह जी USA, सरदार बूटा सिंह जी बुढ़नपुर USA, पल्ला परिवार दिल्ली, सरदार गुरदेव सिंह मल्ली सन ऑफ साहिब सिंह सिंगड़ा इंग्लैंड विच रहिंदे हन, सरदार हरभजन सिंह वड़ैच पानीपत, अर्शदीप सिंह बहलोल, अमनप्रीत कौर कनेडा, राजिंदर सिंह बुढ़लाडा, होत चंदानी उल्लासनगर, भगत सिंह उल्लासनगर, बीबी रिया संदीप जी पूना, सरदार कमलजीत सिंह सफैदों, खुशबू नरेश तरनीजा उल्लासनगर, श्री बबनी जी उल्लासनगर, बीबी कीर्ति जी सूरत, सरदार गुरविंदर सिंह बॉबी सूरत, संत अमरजीत सिंह जी दाते वाले बाबा जी की याद विच महापुरुषों ने भी पाठ साहब जी कराए हैं। कोई सिंह उन्हां दा आके सरोपा ले लें। महापुरुषों ने तो अजे 2-3 दिन रहना है, बाद सरोपे की बख्शिश अस्थान दे वल्लों होवेगी। गुरविंदर सिंह डॉक्टर निर्वैर सिंह सन ऑफ काला सिंह मल्ली सिंगड़ा, बाबा जी की याद दे विच संगत वल्लों जोगिंदर सिंह सन ऑफ सज्जन सिंह बालू, रमनदीप सिंह नीटी कौर करनाल, एक परसों कोई सरोपा लैन तो कोई गुरमुख प्यारे रह गए सन, अर्शदीप सिंह कनेडा तो वो हैं या उन्होंने परिवार का कोई मैंबर है तो आके सरोपे की बख्शिश प्राप्त करन। सो गुरमुख प्यारिओ आप सब संगतां दा भी बहुत बहुत धन्यवाद। जिथे तुसी हाज़रियां भरदे हो उत्थे नाल दी नाल तुसी वध चढ़ के सेवावां भी करते हो। तन करके भी लंगर दे विच झाड़ू फेरन दी सफाई अस्थान दा वो भी सेवा करते हो। मन करके तुसी बाणी भी सरवण करते हो अते धन करके भी सेवावां करते हो। दास नूं
ਜਦੋਂ ਸੇਵਾ ਦੀ ਗੱਲ ਆਉਂਦੀ ਹੈ, ਜਦੋਂ ਤੁਸੀਂ ਪਾਠ ਦੀਆਂ ਭੇਟਾਵਾਂ ਜਾਂ ਵੈਸੇ ਲੰਗਰ ਦੇ ਵਾਸਤੇ ਸੇਵਾਵਾਂ ਦਿੰਦੇ ਹੋ, ਤੇ ਦਾਸ ਨੂੰ ਬਾਬਾ ਸਾਧੂ ਸਿੰਘ ਜੀ ਦਾ ਇੱਕ ਬਚਨ ਯਾਦ ਆਉਂਦਾ, ਜਦੋਂ ਕੋਈ ਗ੍ਰਸਤੀ ਆ ਕੇ ਉਹਨਾਂ ਨੂੰ ਸੇਵਾ ਪਕੜਾਉਂਦਾ ਸੀ ਨਾ, ਤਾਂ ਮੈਂ ਛੋਟਾ ਸੀ, ਬੜਾ ਨੇੜਿਓਂ ਹੋ ਕੇ ਦੇਖਿਆ ਸਤਸੰਗੀ ਜਨੋਂ। ਸਾਡੇ ਪਿਤਾ ਜੀ ਵੀ ਜਦੋਂ ਸੇਵਾ ਦਿੰਦੇ ਸਨ, ਜੇ ਉਹਨਾਂ ਨੇ 500 ਰੁਪਈਆ ਦੇਣਾ ਤੇ ਬਾਬਾ ਜੀ ਕਹਿੰਦੇ ਸਨ ਨਹੀਂ, ਕਹਿੰਦੇ ਸਨ ਫੌਜੀਆ ਤੂੰ ਬੱਚੇ ਪਾਲਣੇ ਹਨ, ਕਹਿੰਦੇ ਗੁਰੂ ਘਰ ਤਾਂ ਚੱਲੇਗਾ ਹੀ ਚੱਲੇਗਾ, ਬਹੁਤੀ ਸੇਵਾ ਕਰੋ, ਮੈਂ ਇਹ ਨਹੀਂ ਕਹਿ ਰਿਹਾ। ਤੇ ਬਾਅਦ 'ਚ ਉਹ ਸੰਗੀਆਂ ਨੂੰ ਕਹਿੰਦੇ ਸਨ ਕਿ ਜਿਹੜਾ ਗ੍ਰਸਤੀ ਕਹਿੰਦੇ ਸੰਤਾਂ ਨਾਲ ਪਿਆਰ ਕਰਦਾ ਨਾ, ਕਹਿੰਦੇ ਆਪਣੇ ਪੇਟ 'ਚੋਂ ਕੱਢ ਕੇ ਵੀ ਕਹਿੰਦੇ ਗੁਰੂ ਅਸਥਾਨ ਤੇ ਮਹਾਂਪੁਰਸ਼ਾਂ ਦੇ ਅਸਥਾਨ ਤੇ ਦਿੰਦਾ, ਤੁਸੀਂ ਉਹ ਸੰਗਤਾਂ ਹੋ। ਆਪ ਸਭ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਪਿਆਰ, ਇਹ ਜਿਹੜੀ ਭਾਵਨੀ, ਇਹ ਜਿਹੜੀ ਸ਼ਰਧਾ ਜਿਹੜੀ ਬਾਬਾ ਰਾਮ ਸਿੰਘ ਜੀ ਨੇ ਸੰਗਤਾਂ 'ਚ ਕੁੱਟ-ਕੁੱਟ ਕੇ ਭਰੀ ਹੈ, ਸੱਚੇ ਪਾਤਸ਼ਾਹ ਬਸ ਇਸੇ ਤਰ੍ਹਾਂ ਹੀ ਸਾਡੀ ਸੁਰਤੀ ਬਿਰਤੀ ਮਨ ਦੀ ਅਵਸਥਾ ਤੁਸੀਂ ਬਣਾਈ ਰੱਖਣੀ ਹੈ। ਬਸ ਇਹ ਕਿਰਪਾ ਕਰ ਦਿਓ ਕਿ ਅਸੀਂ ਤੁਹਾਨੂੰ ਸੱਚੇ ਪਾਤਸ਼ਾਹ ਪ੍ਰਵਾਨ ਚੜ੍ਹ ਜਾਈਏ। ਹੁਣ ਸੰਤ ਸਵਰਨ ਸਿੰਘ ਜੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ, ਉਸ ਤੋਂ ਬਾਅਦ ਜਿਵੇਂ ਫਿਰ ਅਗਲਾ ਪ੍ਰੋਗਰਾਮ। ਹਾਂ, 10 ਬੇਨਤੀ ਕਰ ਦੇਵੇ ਅੱਜ ਅੰਦਰ। ਹਾਂ, ਕਿਉਂਕਿ ਦਾਸ ਨੇ ਪਹਿਲਾਂ ਹੀ ਬੇਨਤੀ ਕਰਤੀ ਸੀ, ਅੱਜ ਪੂਰੇ 3 ਮਹੀਨੇ ਹੋ ਗਏ ਹਨ ਬਾਬਾ ਜੀ ਨੂੰ 5 ਪੁੱਤਕ ਚੋਲਾ ਬਦਲਿਆਂ ਨੂੰ। ਜਦੋਂ ਪਾਠ ਸਾਹਿਬ ਜੀ ਆਰੰਭ ਹੋ ਜਾਣਗੇ, ਫਿਰ ਅੰਦਰ ਜਿੱਥੇ ਬਾਬਾ ਜੀ ਦਾ ਜਪ ਤਪ ਅਸਥਾਨ, ਜਿੱਥੇ ਉਹਨਾਂ ਨੇ ਨਾਨਸਰ ਸਿੰਘੜਾ ਵਿਖੇ ਆ ਕੇ, ਮੈਂ ਬੇਨਤੀ ਕਰਾਂ ਤਕਰੀਬਨ ਕੁਝ ਸਮਾਂ, ਮੈਨੂੰ ਲੱਗਦਾ 1.5-2 ਮਹੀਨਾ ਸੱਚਖੰਡ ਦੇ ਪਿਛਲੇ ਪਾਸੇ ਜਿਹੜੇ ਕਮਰੇ ਸਨ ਉੱਥੇ ਰਹੇ ਸਨ। ਉਸ ਤੋਂ ਬਾਅਦ ਜਿੱਥੇ ਹੁਣ ਅਸਥਾਨ ਹੈ, ਹਾਂ ਕਮਰੇ ਥੋੜ੍ਹੇ ਪਹਿਲਾਂ ਪੁਰਾਣੇ ਸਨ, ਉਹਨੂੰ ਜਗ੍ਹਾ ਉਹੀ ਹੈ ਸਤਸੰਗੀ ਜਨੋਂ, ਤਕਰੀਬਨ ਜਿਉਂ ਸਨ 90 ਤੋਂ ਆਏ ਬਾਬਾ ਜੀ ਜਿਸ ਅਸਥਾਨ ਤੇ ਉਹਨਾਂ ਨੇ ਨਿਵਾਸ ਰੱਖਿਆ, ਇੱਥੇ ਜਦੋਂ ਅਗਲੀ ਲੜੀ ਦੀ ਪ੍ਰਾਰੰਭਤਾ ਹੋ ਜਾਏਗੀ, ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਉਸ ਅਸਥਾਨ ਤੇ ਜਾ ਕੇ ਆਪਾਂ ਸਭ ਨੇ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਹਨ। ਹੁਣ ਆਪਾਂ ਆਨੰਦ ਸਾਹਿਬ ਜੀ ਦੇ ਪਾਠ ਦੇ ਨਾਲ ਜੁੜੀਏ। ਦਾਸ ਨੂੰ ਹੋਈਆਂ ਭੁੱਲਾਂ ਦੀ ਮਾਫੀ ਦਿਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।